हेलो गाइस, दिस इज दीपक बांसल पंजाब IQ ਦੇ ਇਸ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਤੁਹਾਡਾ ਜੀਕੇ ਦਾ ਟੈਸਟ ਲੈਣ ਵਾਲੇ ਹਾਂ ਜੋ ਕਿ MCQ ਫਾਰਮ ਦੇ ਵਿੱਚ ਹੋਊਗਾ। ਠੀਕ ਹੈ, ਇਸ ਦੇ ਵਿੱਚ ਤੁਹਾਡੇ ਸਾਹਮਣੇ 15 ਕੁਐਸਚਨਸ ਆਣਗੇ ਤੇ ਮੈਂ ਹਰ ਕੁਐਸਚਨ ਦੇ ਆਉਣ ਤੋਂ ਬਾਅਦ ਤੁਹਾਨੂੰ 5 ਸਕਿੰਟ ਦਾ ਟਾਈਮ ਦੂੰਗਾ ਤੇ ਤੁਸੀਂ ਉਸ 5 ਸਕਿੰਟ ਦੇ ਵਿੱਚ ਉਸ ਤੇ ਟਿਕ ਲਗਾਣੀ ਹੋਗੀ ਤੇ ਉਸ ਤੋਂ ਬਾਅਦ ਮੈਂ ਉਹਦਾ ਸਹੀ ਆਨਸਰ ਦੱਸੂਗਾ ਤੇ ਉਸਦੀ ਐਕਸਪਲੇਨੇਸ਼ਨ ਦੱਸੂਗਾ। ਠੀਕ ਹੈ, ਤੇ ਤੁਹਾਨੂੰ ਇੱਕ ਰਿਕੁਐਸਟ ਹੈ ਤੇ ਜਿੰਨੇ ਵੀ ਤੁਹਾਡੇ ਨੰਬਰ ਆਉਂਦੇ ਨੇ ਉਹ ਜ਼ਰੂਰ ਮੈਂਸ਼ਨ ਕਰੋ ਕਮੈਂਟ ਬਾਕਸ 'ਚ ਤੇ ਇਸ ਟੈਸਟ ਨੂੰ ਟੈਸਟ ਦੀ ਤਰ੍ਹਾਂ ਲਓ। ਠੀਕ ਹੈ, ਜੇ ਟੈਸਟ ਹੈ ਤਾਂ ਇਸ ਨੂੰ ਤੁਸੀਂ ਕਾਪੀ ਦੇ ਵਿੱਚ ਲਿਖੋ ਕਿ ਤੁਹਾਡੇ ਕਿੰਨੇ ਆਨਸਰ ਆਉਂਦੇ ਨੇ। ਉਸ ਤੋਂ ਬਾਅਦ ਜੋ ਵੀ ਜੋੜ ਬਣਦਾ ਉਸ ਨੂੰ ਕਮੈਂਟ ਬਾਕਸ ਦੇ ਵਿੱਚ ਲਿਖੋ। ਓਕੇ, ਆਪਾਂ ਹੁਣ ਸ਼ੁਰੂ ਕਰਦੇ ਹਾਂ। ਓਕੇ, ਫਸਟ ਕੁਐਸਚਨ ਕਹਿੰਦੇ ਦਾ ਬੈਟਲ ਆਫ ਵੰਡੀਵਾਸ਼ ਵਾਸ ਫਾਊਟ ਬਿਟਵੀਨ, ਜਿਹੜੀ ਬੈਟਲ ਹੋਈ ਸੀ ਵੰਡੀਵਾਸ਼ ਦੀ ਉਹ ਕਿੰਨਾ ਵਿਚਕਾਰ ਲੜੀ ਗਈ ਸੀ ਆਪਾਂ ਦੱਸਣਾ। ਆਪਣੇ ਸਾਹਮਣੇ 4 ਆਪਸ਼ਨ ਨੇ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੁਣ। ओके, टाइम्स आप तेरा सही आंसर आ जाऊगा अपना बी, इंग्लिश एंड फ्रेंच। ठीक है, इंग्लिश ते फ्रेंच के विचकार लड़ाई लड़ी गई थी ते कदों लड़ी गई थी ये भी तुम याद रखना, 22 जनवरी 1760 ਦੇ ਵਿੱਚ ਇਹ ਲੜਾਈ ਲੜੀ ਗਈ ਸੀ। ਠੀਕ ਹੈ, ਇਹ ਕਿਹਦਾ ਪਾਰਟ ਸੀ? 7 ਇਅਰਸ ਵਾਰ। ਠੀਕ ਹੈ, 7 ਈਅਰ ਵਾਰ ਚੱਲ ਰਹੀ ਸੀ। ਆਪਾਂ ਨੂੰ ਪਤਾ ਫ੍ਰੈਂਚ ਤੇ ਇੰਗਲਿਸ਼ ਦੇ ਵਿੱਚ 7 ਈਅਰ ਵਾਰ ਚੱਲ ਰਹੀ ਸੀ ਤੇ ਜਿਹੜੇ ਇਹਨਾਂ ਦੇ ਮੇਨਲੈਂਡ ਸੀ ਮਤਲਬ ਯੂਰਪ ਦੇ ਵਿੱਚ ਜਿਹੜਾ ਇਹਨਾਂ ਦਾ ਮੇਨਲੈਂਡ ਤੇ ਉੱਥੇ ਵੀ ਲੜਾਈ ਚੱਲ ਰਹੀ ਸੀ ਤੇ ਬਾਕੀ ਜਿੰਨੀ ਵੀ ਇਹਨਾਂ ਦੀ ਕਲੋਨੀਜ਼ ਸੀਗੀ, ਇੰਡੀਆ ਵੀ ਇਹਨਾਂ ਦੀ ਕਲੋਨੀਜ਼ ਸੀ, ਇੰਗਲਿਸ਼ ਨੇ ਵੀ ਕੁਝ ਪਾਰਟ ਲੈ ਰੱਖਿਆ ਤੇ ਫ੍ਰੈਂਚ ਦਾ ਵੀ ਕੁਝ ਅਧਿਕਾਰ ਸੀ ਤੇ ਇਹਨਾਂ ਦੀ ਜਿੰਨੀਆਂ ਵੀ ਕਲੋਨੀਜ਼ ਸੀਗੀਆਂ ਉੱਥੇ ਲੜਾਈ ਹੋ ਰਹੀ ਸੀ। ਇੰਡੀਆ ਦੇ ਵਿੱਚ ਵੀ ਹੋ ਰਹੀ ਸੀ। ਇੰਡੀਆ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਆਪਣਾ ਨਾਡੂ ਦੇ ਵਿੱਚ ਇੱਕ ਇਹਨਾਂ ਦਾ ਫੋਰਟ ਸੀਗਾ ਜਿਹਦਾ ਨਾਮ ਸੀਗਾ ਵੰਡੀਵਾਸ਼। ਠੀਕ ਹੈ, ਵੰਡੀਵਾਸ਼ ਫੋਰਟ ਸੀਗਾ। ਕਿੰਨਾ ਦਾ ਫੋਰਟ ਸੀ, ਕਿੰਨਾ ਦਾ ਕਿਲਾ ਸੀ? ਇਹ ਹੈਗਾ ਸੀ ਇੰਗਲਿਸ਼ ਦਾ, ਬ੍ਰਿਟਿਸ਼ ਦਾ ਇਹ ਕਿਲਾ ਸੀ ਜਿੱਤੇ ਅਟੈਕ ਕੀਤਾ ਸੀ ਕਿਨੇ? ਫ੍ਰੈਂਚ ਨੇ ਅਟੈਕ ਕਰਤਾ ਸੀਗਾ। ਫ੍ਰੈਂਚ ਨੇ ਇਸ ਤੇ ਅਟੈਕ ਕਰਤਾ ਸੀ ਜਿਸ ਨੂੰ ਰਿਟੈਲੀਏਟ ਕਰਨ ਵਾਸਤੇ, ਜਿਸ ਨੂੰ ਰੋਕਣ ਵਾਸਤੇ ਇਹਨਾਂ ਦੇ ਵਿਚਕਾਰ ਲੜਾਈ ਹੋ ਗਈ ਸੀ। ਠੀਕ ਹੈ, ਇਹ ਥਰਡ ਇਹਨੂੰ ਕੀ ਕਹਿੰਦੇ ਨੇ? ਇਹਨੂੰ ਥਰਡ ਕਾਰਨੈਟਿਕ ਵਾਰ ਵੀ ਕਹਿੰਦੇ ਨੇ। ਠੀਕ ਹੈ, ਇਸ ਨੂੰ ਵੀ ਯਾਦ ਰੱਖ ਲਿਓ ਕਿ ਇਹਨੂੰ ਕੀ ਕਹਿੰਦੇ? ਥਰਡ ਕਾਰਨੈਟਿਕ ਵਾਰ ਕਹਿੰਦੇ ਨੇ। ਜੇ ਆਪਾਂ ਗੱਲ ਕਰੀਏ ਕਿ 7 ਈਅਰ ਜਿਹੜੀ ਵਾਰ ਚੱਲੀ ਸੀ ਉਹ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲੀ ਸੀ? ਇਹ 1756 ਤੋਂ ਲੈ ਕੇ 1763 ਤੱਕ ਚੱਲੀ ਸੀ। ਠੀਕ ਹੈ, ਇਹ 7 ਈਅਰ ਵਾਰ ਚੱਲੀ ਸੀ ਜਿਹਦੇ ਕਰਕੇ ਇਹ ਕੀ ਕਰੇ ਸੀ? ਇਹ ਆਪਣੇ ਇੰਡੀਆ ਦੇ ਵਿੱਚ ਵੀ ਲੜ ਪਏ ਸੀ, ਤਾਮਿਲਨਾਡੂ ਦੇ ਵਿੱਚ। ਠੀਕ ਹੈ, ਜਿਨ੍ਹਾਂ ਦਾ ਕਿਲਾ ਸੀ ਵੰਡੀਵਾਸ਼। ਠੀਕ ਹੈ, ਉੱਥੇ ਇਹ ਲੜ ਪਏ ਸੀਗੇ, ਇਹ ਆਪਾਂ ਯਾਦ ਕਰਨਾ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਫ੍ਰੈਂਚ ਸੀ, ਜੇ ਆਪਾਂ ਫ੍ਰੈਂਚ ਦੀ ਗੱਲ ਕਰੀਏ, ਫ੍ਰੈਂਚ ਕਿੰਨੀ ਕੌਣ ਸੀਗਾ? ਕੋਮਟੇ ਡੇ ਲੈਲੀ। ਠੀਕ ਹੈ, ਕੋਮਟੇ ਡੇ ਲੈਲੀ ਕੌਣ ਦੀ? ਫ੍ਰੈਂਚ ਕੰਨਿਓ ਸੀ। ਜੇ ਆਪਾਂ ਗੱਲ ਕਰੀਏ ਕਿ ਬ੍ਰਿਟਿਸ਼ ਕੰਨਿਓ ਕੌਣ ਸੀ? ਬ੍ਰਿਟਿਸ਼ ਕੰਨਿਓ ਕੌਣ ਲੜ ਰਿਹਾ ਸੀ? ਤਾਂ ਉਹ ਸੀ ਸਰ ਆਇਰਕੂਟ। ਠੀਕ ਹੈ, ਸਰ ਆਇਰਕੂਟ ਕੌਣ ਦੀ? ਬ੍ਰਿਟਿਸ਼ ਕੰਨਿਓ ਲੜ ਰਿਹਾ ਸੀ। ਇਹ ਵੀ ਆਪਾਂ ਯਾਦ ਰੱਖਣਾ। ਤੇ ਇਸ ਦੇ ਵਿੱਚੋਂ ਜਿੱਤ ਕਿਹਦੀ ਹੋਈ ਸੀ? ਇਹਦੇ ਵਿੱਚ ਜਿੱਤ ਹੋਈ ਸੀ ਬ੍ਰਿਟਿਸ਼ ਦੀ। ਬ੍ਰਿਟਿਸ਼ ਇਸ ਦੇ ਵਿੱਚ ਜਿੱਤ ਜਾਂਦਾ ਤੇ ਜਿਹੜਾ ਫ੍ਰੈਂਚ ਹੈ, ਫ੍ਰੈਂਚ ਅੰਪਾਇਰ ਤਕਰੀਬਨ ਸਾਰਾ ਖਤਮ ਹੋ ਜਾਂਦਾ। ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬ੍ਰਿਟਿਸ਼ ਦੀ ਜਿੱਤ ਹੋਈ ਸੀ, ਬ੍ਰਿਟਿਸ਼ ਜਿੱਤ ਗਿਆ ਸੀ ਤੇ ਜਿਹੜਾ ਫ੍ਰੈਂਚ ਦਾ ਅੰਪਾਇਰ ਸੀ ਉਹ ਕੰਪਲੀਟਲੀ ਖਤਮ ਹੋ ਜਾਂਦਾ ਇੰਡੀਆ ਦੇ ਵਿੱਚੋਂ। ਇਹ ਚੀਜ਼ਾਂ ਆਪਾਂ ਯਾਦ ਰੱਖਣੀਆਂ ਨੇ। ਠੀਕ ਹੈ, ਅੱਗੇ ਵਧਦੇ ਹਾਂ ਅਗਲੇ ਕੁਐਸਚਨ ਤੇ। ਓਕੇ, ਸੈਕੰਡ ਕੁਐਸਚਨ ਕਹਿੰਦੇ ਵਾਟ ਵਾਸ ਦੀ ਕੋਮਾਗਾਟਾਮਾਰੂ। ਦੇਖੋ ਕੋਮਾਗਾਟਾਮਾਰੂ ਕੀ ਹੈ, ਆਪਾਂ ਦੱਸਣਾ ਕਿ ਕੋਮਾਗਾਟਾਮਾਰੂ ਕੀ ਸੀ। ਤੁਹਾਡੇ ਸਾਹਮਣੇ 4 ਆਪਸ਼ਨ ਹੈ, ਤੁਹਾਡਾ ਟਾਈਮ ਸ਼ੁਰੂ ਹੁੰਦਾ ਹੁਣ। ਓਕੇ, ਟਾਈਮ ਦਾ ਤੇਰਾ ਸਹੀ ਆਨਸਰ ਆ ਜਾਊਗਾ ਸੀ, ਅ ਨੇਵਲ ਸ਼ਿਪ ਔਨ ਵੋਏਜ ਟੂ ਕੈਨੇਡਾ। ਠੀਕ ਹੈ, ਇੱਕ ਸ਼ਿਪ ਸੀ ਜਿਹੜੀ ਹਾਂਗਕਾਂਗ ਤੋਂ ਚੱਲੀ ਸੀ ਤੇ ਕਿੱਧਰ ਜਾ ਰਹੀ ਸੀ? ਕੈਨੇਡਾ ਜਾ ਰਹੀ ਸੀ। ਦੇਖੋ ਇਹ ਜਿਹੜਾ ਦੇਖੋ ਆਪਾਂ ਜੇ ਹੁਣ ਸੋਚੀਏ ਵੀ ਕੋਮਾਗਾਟਾਮਾਰੂ ਆਪਾਂ ਗੱਲ ਕਿਉਂ ਕਰ ਰਹੇ ਹਾਂ? ਸ਼ਿਪ ਤਾਂ ਬਹੁਤ ਨੇ, ਕਿੰਨੀਆਂ ਸ਼ਿਪਸ ਨੇ, ਤਾਂ ਕੋਮਾਗਾਟਾਮਾਰੂ ਸ਼ਿਪਸ ਦੀ ਕਿਉਂ ਗੱਲ ਕਰ ਰਹੇ ਹਾਂ? ਦੇਖੋ ਇਹ ਕੋਮਾਗਾਟਾਮਾਰੂ ਤੇ ਇੰਸੀਡੈਂਟ ਹੋਇਆ ਸੀਗਾ। ਇਹ ਤੁਸੀਂ ਡੇਟ ਯਾਦ ਰੱਖ ਲਿਓ, ਇਹ 23 ਮਈ 1914 ਦੇ ਵਿੱਚ ਕੋਮਾਗਾਟਾਮਾਰੂ ਕੇ ਇੰਸੀਡੈਂਟ ਹੋਇਆ ਸੀ ਜਿਹਦੇ ਵਿੱਚ ਕੀ ਹੋਇਆ ਸੀ ਕਿ ਸ਼ਿਪ ਸੀਗੀ ਇੱਕ ਸਟੀਮ ਸ਼ਿਪ ਦੀ, ਮਤਲਬ ਇਹ ਭਾਫ ਨਾਲ ਚੱਲਣ ਵਾਲੀ ਸ਼ਿਪ ਸੀ। ਇਹ ਜੈਪਨੀਜ਼ ਸ਼ਿਪ ਸੀਗੀ। ਠੀਕ ਹੈ, ਇਹ ਕਿੱਥੋਂ ਦੀ ਸੀ? ਜੈਪਨੀਜ਼ ਸ਼ਿਪ ਸੀ, ਜਾਪਾਨ ਦੀ ਸ਼ਿਪ ਸੀ। ਇਹ ਕਿੱਥੋਂ ਚੱਲੀ ਸੀ ਆਪਾਂ? ਇਹ ਚੱਲੀ ਸੀ ਆਪਣੀ ਹਾਂਗਕਾਂਗ ਤੋਂ। ਠੀਕ ਹੈ, ਹਾਂਗਕਾਂਗ ਜੋ ਕਿ ਉਸ ਟਾਈਮ ਬ੍ਰਿਟਿਸ਼ ਦੇ ਅੰਡਰ ਆਉਂਦਾ ਸੀ, ਹੁਣ ਇਹ ਕਿੱਥੇ? ਚਾਈਨਾ 'ਚ ਹੈ। ਠੀਕ ਹੈ, ਬ੍ਰਿਟਿਸ਼ ਦੇ ਅੰਡਰ ਇਹ ਕਲੋਨੀ ਹੋਇਆ ਕਰਦੀ ਸੀ ਬ੍ਰਿਟਿਸ਼ ਦੀ ਤੇ ਹਾਂਗਕਾਂਗ ਤੋਂ ਚੱਲਿਆ। ਉਸ ਤੋਂ ਬਾਅਦ ਇਹ ਗਿਆ ਸੀਗਾ ਯੋਕੋਹਾਮਾ। ਯੋਕੋਹਾਮਾ ਕਿੱਥੇ? ਜਾਪਾਨ ਦੇ ਵਿੱਚ ਹੈ। ਯੋਕੋਹਾਮਾ ਗਿਆ। ਯੋਕੋਹਾਮਾ ਤੋਂ ਬਾਅਦ ਇਹ ਕਿੱਥੇ ਜਾ ਰਿਹਾ ਸੀ? ਵੈਨਕੂਵਰ ਦੇ ਵਿੱਚ ਜਾ ਰਿਹਾ ਸੀ। ਵੈਨਕੂਵਰ ਕਿੱਥੇ ਆਪਣਾ? ਇਹ ਹੈਗਾ ਆਪਣਾ ਕੈਨੇਡਾ ਦੇ ਵਿੱਚ, ਕੈਨੇਡਾ। ਠੀਕ ਹੈ, ਕੈਨੇਡਾ ਦੇ ਵਿੱਚ ਵੈਨਕੂਵਰ ਹੈ, ਉੱਥੇ ਜਾ ਰਿਹਾ ਸੀ। ਪਰ ਉੱਥੇ ਕੀ ਕਰਿਆ ਗਿਆ? ਉੱਥੇ ਨੂੰ ਰੋਕਿਆ ਗਿਆ। 376 ਪੈਸੇਂਜਰ ਸੀਗੇ, 376 ਪੈਸੇਂਜਰ ਸੀ। ਇਹਨਾਂ 376 ਪੈਸੇਂਜਰ ਨੂੰ ਉੱਥੇ ਰੋਕਿਆ ਗਿਆ, ਇਹਨਾਂ ਨੂੰ ਐਂਟਰੀ ਨਹੀਂ ਮਿਲੀ। ਠੀਕ ਹੈ, ਕੁਛ ਇਹਨਾਂ ਦੀ ਮਾਈਗ੍ਰੇਸ਼ਨ ਰਿਕੁਆਇਰਮੈਂਟ ਸੀ ਜਿਨ੍ਹਾਂ ਕਰਕੇ ਇਹਨਾਂ ਨੂੰ ਐਂਟਰ ਨਹੀਂ ਕੀਤਾ ਗਿਆ। ਠੀਕ ਹੈ, ਤੇ ਇਹਨਾਂ ਨੂੰ ਕੀ ਕਰਿਆ ਗਿਆ? ਵਾਪਿਸ ਭੇਜ ਦਿੱਤਾ ਗਿਆ ਵੀ ਤੁਹਾਡੀ ਐਂਟਰੀ ਨਹੀਂ ਹੁੰਦੀ। ਤਾਂ ਇਹ ਵਾਪਿਸ ਇਹ ਕੌਣ ਸੀਗੇ? ਸਾਰੇ ਪੰਜਾਬ ਪ੍ਰੋਵਿੰਸ ਦੇ ਸੀਗੇ। ਠੀਕ ਹੈ, ਇਹ ਵੀ ਯਾਦ ਰੱਖ ਲਿਓ ਕਿ ਇਹ ਸਾਰੇ ਪੰਜਾਬ ਪ੍ਰੋਵਿੰਸ ਦੇ ਸੀਗੇ।
ठीक है सारे कौन थी पंजाबी थी ये कुछ हिंदू थी मुस्लिम थी सिख थी ज़्यादा संख्या सिख थी ठीक है इन्होंने की वापस भेज दिया गया तो वापस से कितने चले गए ये चले गए कलकत्ता कलकत्ता चले गए ठीक है ये वापस कलकत्ता चले गए तो कलकत्ता जब पहुंचे तो उत्थों की जी आप कह सकते हैं जी उत्थों की इंडियन इंपीरियल पुलिस थी जी उत्थों की इंडियन इंपीरियल पुलिस थी उन्होंने इन्हों ने शक होया कि कितने साडे नाल अटैक तो नहीं करने वाले तो की करते हैं इन्हों अटैक कर देंगे तो उस की होंगे डैथ होंगी है किन्ने जने की 20 पीपल ठीक है 20 जने की डैथ हो जाती है ठीक है ये करके शिप इन्नी इंपोर्टेंट अपने लिए ठीक है कामागाटू मारू क्योंकि उत्थे कामागाटू इंसीडेंट होया था करके इंपोर्टेंट हो जाती है अपने वास्ते ये शिप अगे बढ़ते ओके जे तुहानूं इसकी पीडीएफ चाहिए तो करना है टैलीग्राम चैनल के विच सरकारी 99 इकट्ठा लिखना है ठीक है स्पेस नहीं हैगी सरकारी 99 इकट्ठा लिखना है तुहानूं टैलीग्राम चैनल पर मेरी पीडीएफ मिल जूगी तो इस तो इलावा जे तुसीं चाहते हो भी होर वीडियोज़ देखना चाहते हो मेरी तो यूट्यूब के सर्च के विच तुसीं सरकारी 99 इकट्ठा लिखना है उत्थे तुहानूं मेरी होर वीडियोज़ मिल जाएगी अगे बढ़ ओके थर्ड क्वेश्चन कहते कंजली वैटलैंड इज प्रेजेंट इन विच डिस्ट्रिक्ट ऑफ पंजाब कहते कंजली जो वैटलैंड है वो किहड़े डिस्ट्रिक्ट के विच है पंजाब के आप ये दसना अपने सामने 4 ऑप्शन ने तो थोड़ा टाइम शुरू होता है हुण ओके टाइम्स अप तो सही आंसर है जो अपना ए ठीक है कपूरथला डिस्ट्रिक्ट के विच है तो जे गल करिए मैन मेड है ठीक है ये जरूर याद रखियो कि ये मैन मेड है ये इंसान द्वारा बनाया गया तो कदों क्रिएट किया गया थी 1870 इसनूं क्रिएट किया गया थी तो 2002 दे विच इनू रामसर कन्वेंशन ठीक है रामसर कन्वेंशन ने की करा दी इनू रामसर कन्वेंशन ने इनू की करा दी रामसर साइट घोषित करती थी ठीक है जब बहुत इंपोर्टेंट साइट होंगे जी दुनिया दी उन्होंने यही करते हैं रामसर साइट घोषित कर देते हैं तो 2002 के विच इसनूं रामसर साइट घोषित किया गया थी स्पैशलिस्ट की है ये 92 सूँ स्पीसीज मिलणगियां किहदियां बर्ड दियां ठीक है बर्ड दी 92 स्पीसीज मिलेंगे करके ये इंपोर्टेंट है दूजा कारण की है ये बेन रिवर कोल है ठीक है बेन रिवर कोल है तो आपको पता है बेन रिवर क्यों फेमस है क्योंकि इतने गुरु नानक देव जी ने की थी एनलाइटमेंट प्राप्त की थी ठीक है इन्होंने अटेन की थी एनलाइटमेंट करके ये अपनी बेन रिवर इंपोर्टेंट हो जाती अपने वास्ते आगे बढ़ते ओके फोर्थ क्वेश्चन कहते मोहिनी अट्टम इज ए क्लासिकल इंडियन डांस फ्रॉम ठीक है मोहिनी अट्टम जो डांस है क्लासिकल डांस है ये कितों का आप दसना अपने सामने 4 ऑप्शन है तो थोड़ा टाइम शुरू होता है हुण ओके टाइम्स अप तो सही आंसर आ जो अपना ए केरला ठीक है कितों का केरला का तो क्लासिकल डांस तो जरूर याद रखियो ठीक है फोक डांस भी आप याद रखने पर क्लासिकल डांस तो याद रखने बहुत जरूरी ने इस तो इलावा जे आप गल करिए भारतनाट्यम की वो कितों का वो अपना तमिलनाडु का हो गया ठीक है इस तो गल करिए आप कथकली कितों की है केरला की है एक होर है देखो कथकली ते कथक दे विच लोग कन्फ्यूज हो जाते हैं कथकली है केरला का कथक कितों का यूपी का ठीक है कथक अपना यूपी का उत्तर प्रदेश का कथकली कितों का केरला का इस तो इलावा अपनी उड़ीसी आ जाती है उड़ीसी कितों की है कितों का डांस अपना उड़ीसा का ठीक है उड़ीसी अपना उड़ीसा का हो गया तो इस तो इलावा मणिपुरी कितों का ये अपने जो नॉर्थ ईस्ट के जिन्हें भी अपने स्टेट्स ने ये उत्थे कराया जाता है इस तो इलावा मोहिनी अट्टम हो गया अपना मोहिनी अट्टम केरला का इस तो इलावा आप गल करते हैं कुचिपुड़ी कितों का कुचिपुड़ी अपना है आंध्र प्रदेश का ठीक है आंध्र प्रदेश ये भी तुम याद रखना कुचिपुड़ी कितों का आंध्र प्रदेश का तो यह आप याद रखने अगे बढ़ते हैं ओके फिफ्थ क्वेश्चन कहते विच ऑफ द फ्लोइंग प्लांट इज नोन एज द टेरर ऑफ बंगाल कहते किहड़े प्लांट को टेरर ऑफ बंगाल कहा जाता है दसना अपने सामने 4 ऑप्शन ने तो थोड़ा टाइम शुरू होता है हुण ओके टाइम्स अप तो सही आंसर आएगा अपना सी वाटर हियासिंथ ठीक है वाटर हियासिंथ किनू की किया जाता है टेरर ऑफ बंगाल कहते हैं हुण तुसीं कहोगे कि टेरर ऑफ बंगाल क्यों कहते हैं ठीक है कि गोलियां चलाते नहीं ਇਹਦਾ ਕਾਰਨ ਕੀ ਹੈ ਕਿ ਇਹ ਹੈਂਪਰ ਕਰ ਦਿੰਦਾ ਗਰੋਥ ਜਿਹੜੀ ਹੁੰਦੀ ਹੈ ਫਿਸ਼ ਦੀ ਗਰੋਥ ਜਾਂ ਹੋਰ ਐਕੁਆਟਿਕ ਜਿਹੜੇ ਐਨੀਮਲਸ ਹੁੰਦੇ ਨੇ ਉਹਨਾਂ ਦੀ ਜਿਹੜੀ ਗਰੋਥ ਹੁੰਦੀ ਹੈ ਨਾ ਉਹਨਾਂ ਦੀ ਜਿਹੜੀ ਗਰੋਥ ਨੂੰ ਰੋਕ ਦਿੰਦਾ ਕਿਉਂ ਰੋਕ ਦਿੰਦਾ ਜਿਵੇਂ ਆਪ ਮੰਨ ਲਓ ਆਪਣੀ ਨਦੀ ਹੈ ਠੀਕ ਹੈ ਇਹ ਨਦੀ ਦੇ ਉੱਤੇ ਬਹੁਤ ਸੋਹਣੇ ਫੁੱਲ ਹੁੰਦੇ ਨੇ ਵੈਸੇ ਤਾਂ ਇਹ ਫੁੱਲ ਐਵੇਂ ਇਸ ਤਰੀਕੇ ਨਾਲ ਉੱਗ ਜਾਂਦੇ ਨੇ ਠੀਕ ਹੈ ਪੂਰੇ ਕਵਰ ਕਰ ਦਿੰਦੇ ਨੇ ਜਿਹਦੇ ਨਾਲ ਸਨਲਾਈਟ ਨਹੀਂ ਮਿਲਦੀ ਠੀਕ ਹੈ ਸਨਲਾਈਟ ਨਹੀਂ ਮਿਲਦੀ ਜਿੰਨੇ ਵੀ ਆਪਣੇ ਐਕੁਆਟਿਕ ਆਰਗੇਨਿਜ਼ਮ ਹੁੰਦੇ ਨੇ
ਉੱਥੇ ਇਹਨਾਂ ਨੂੰ ਲਾਈਟ ਨਹੀਂ ਮਿਲਦੀ, ਤਾਂ ਕਰਕੇ ਕੀ ਕਰਦਾ, ਇਹਨੂੰ ਬੰਗਾਲ ਦਾ ਟੈਰਰ ਵੀ ਕਹਿੰਦੇ ਨੇ। ਇਹ ਕਟਿੰਗ ਕਰ ਦਿੰਦਾ ਕਿਹਦੀ, ਸਨਲਾਈਟ ਦੀ, ਸਨਲਾਈਟ ਨਹੀਂ ਮਿਲਦੀ, ਠੀਕ ਹੈ। ਇਸ ਕਰਕੇ ਇਹਨੂੰ ਕੀ ਕਿਹਾ ਜਾਂਦਾ, ਟੈਰਰ ਆਫ ਬੰਗਾਲ ਕਿਹਾ ਜਾਂਦਾ। ਯਾਦ ਰੱਖ ਲਿਓ, ਬਹੁਤ ਇੰਪੋਰਟੈਂਟ ਹੈ, ਇਹ ਨਾਮ ਵੀ ਯਾਦ ਰੱਖ ਲਿਓ। ਓਕੇ, 6th ਕੁਐਸਚਨ, ਕਹਿੰਦੇ ਵਿਚ ਆਫ ਦੀ ਫਲੋਇੰਗ ਐਕਟ ਔਰ ਰੈਗੂਲੇਸ਼ਨ ਇਨੈਕਟਡ ਬਾਈ ਚਾਰਲਸ ਮੈਟਕਾਫ ਅਰਨ ਹਿਮ ਦੀ ਐਪੀਥੈਟ ਲਿਬਰੇਟਰ ਆਫ ਇੰਡੀਅਨ ਪ੍ਰੈਸ, ਠੀਕ ਹੈ। ਕਹਿੰਦੇ ਚਾਰਲਸ ਮੈਟਕਾਫ ਨੇ ਇਹੋ ਕਿਹੜਾ ਐਕਟ ਜਾਂ ਰੈਗੂਲੇਸ਼ਨ ਪਾਸ ਕੀਤੀ ਸੀ ਜਿਹਦੇ ਕਰਕੇ ਉਹਨੂੰ ਕੀ ਕਹਿੰਦੇ, ਐਪੀਥੈਟ ਜਾਂ ਲਿਬਰੇਟਰ ਕਹਿੰਦੇ ਇੰਡੀਅਨ ਪ੍ਰੈਸ ਦਾ। ਆਪਾਂ ਦੱਸਣਾ, ਆਪਣੇ ਸਾਹਮਣੇ 4 ਆਪਸ਼ਨ ਨੇ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੁਣ। ਓਕੇ, ਟਾਈਮਸ ਅਪ। ਤੇ ਸਹੀ ਆਨਸਰ ਆ ਜੂ ਆਪਣਾ ਬੀ, ਪ੍ਰੈਸ ਐਕਟ 1835, ਠੀਕ ਹੈ। ਪ੍ਰੈਸ ਐਕਟ ਪਾਸ ਕੀਤਾ ਜੀ 1835 ਦਾ। ਦੇਖੋ ਇਸ ਦੇ ਵਿੱਚ ਹੋਇਆ ਕੀ ਸੀ, ਹੁਣ ਆਪਾਂ ਇਹ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਆਪਣਾ ਮੈਟਕਾਲਫ ਹੈ ਇਹ ਹੈ ਕੌਣ ਸੀ। ਇਹ ਹੈਗਾ ਜੀ ਆਪਣਾ ਗਵਰਨਰ ਜਨਰਲ, ਠੀਕ ਹੈ, ਗਵਰਨਰ ਜਨਰਲ ਦੀ ਇੰਡੀਆ ਦਾ। ਇਸ ਤੋਂ ਇਲਾਵਾ ਆਪਣਾ ਜਿਹੜਾ ਇਸ ਤੋਂ ਪਹਿਲਾਂ ਆਪਣਾ ਗਵਰਨਰ ਜਨਰਲ ਸੀ ਉਹ ਕੌਣ ਸੀ, ਜੌਨ ਐਡਮਸ, ਠੀਕ ਹੈ। ਜੌਨ ਐਡਮਸ ਆਪਣਾ ਗਵਰਨਰ ਜਨਰਲ ਦੀ ਪਹਿਲਾਂ, ਤੇ ਇਸਨੇ ਇੱਕ ਆਰਡੀਨੈਂਸ ਪਾਸ ਕੀਤਾ ਸੀ ਜਿਹਦਾ ਨਾਮ ਸੀ ਲਾइसेंसिंग ਰੈਗੂਲੇਸ਼ਨ, ਠੀਕ ਹੈ, 1823, ਠੀਕ ਹੈ। ਇਸ ਦੇ ਵਿੱਚ ਕੀ ਸੀਗਾ ਵੀ ਜਿਸਨੇ ਵੀ ਅਖਬਾਰ ਖੋਲਣਾ ਹੈ ਜਾਂ ਆਪਣਾ ਪ੍ਰੈਸ ਖੋਲਣਾ ਹੈ ਤਾਂ ਉਸਨੂੰ ਕੀ ਕਰਨਾ ਪਊਗਾ, ਉਸਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਊਗੀ, ਰਜਿਸਟ੍ਰੇਸ਼ਨ ਕਰਵਾਉਣੀ ਪਊਗੀ, ਠੀਕ ਹੈ। ਤੇ ਰਜਿਸਟ੍ਰੇਸ਼ਨ ਇਹ ਉਹਨਾਂ ਦੀ ਵੀ ਕਰਦੇ ਸੀ ਜਿਹੜੇ ਇਹਨਾਂ ਦੀ ਲੀ ਬੋਲਦੇ, ਮਤਲਬ ਬ੍ਰਿਟਿਸ਼ ਵਾਸਤੇ ਵਧੀਆ ਬੋਲਦੇ ਸੀ ਉਹਨਾਂ ਵਾਸਤੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਦੇ ਸੀ, ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਸੀ ਉਹਨਾਂ ਦੀ ਰਜਿਸਟ੍ਰੇਸ਼ਨ ਇਹ ਕਰਦੇ ਨਹੀਂ ਸੀਗੇ, ਠੀਕ ਹੈ। ਤਾਂ ਇਸ ਨੂੰ ਕੀ ਕਰਤਾ ਇਸਨੇ ਖਤਮ ਕਰਕੇ ਇਹ ਕਿਹੜਾ ਪ੍ਰੈਸ ਕੀਤਾ ਸੀ, ਪ੍ਰੈਸ ਐਕਟ 1835 ਪਾਸ ਕੀਤਾ ਸੀ ਮੈਟਕਾਫ ਨੇ, ਠੀਕ ਹੈ। ਤੇ ਇਹ ਇੰਡੀਆ ਦੇ ਵਾਸਤੇ ਵਧੀਆ ਕੰਮ ਕੀਤਾ ਸੀ, ਐਜ਼ ਏ ਲਿਬਰੇਟਰ ਕੰਮ ਕੀਤਾ ਸੀ, ਤਾਂ ਕਰਕੇ ਇਸ ਨੂੰ ਕੀ ਕਿਹਾ ਜਾਂਦਾ, ਲਿਬਰੇਟਰ ਆਫ ਇੰਡੀਅਨ ਪ੍ਰੈਸ ਵੀ ਕਿਹਾ ਜਾਂਦਾ, ਠੀਕ ਹੈ। ਇਹ ਆਪਾਂ ਯਾਦ ਕਰਨਾ ਤੇ ਅੱਗੇ ਵਧਦੇ। ਓਕੇ, 7th ਕੁਐਸਚਨ, ਕਹਿੰਦਾ ਕੁਇਟ ਇੰਡੀਆ ਕੈਂਪੇਨ ਵਾਜ਼ ਲਾਂਚਡ ਬਾਈ ਇੰਡੀਅਨ ਨੈਸ਼ਨਲ ਕਾਂਗਰਸ ਆਫਟਰ ਦੀ ਫੇਲਿਅਰ ਆਫ। ਕਹਿੰਦੇ ਕੁਇਟ ਇੰਡੀਅਨ ਕੈਂਪੇਨ ਲਾਂਚ ਕੀਤਾ ਗਿਆ ਸੀਗਾ ਕਿਹਦੇ ਦੁਆਰਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਦੁਆਰਾ। ਕਿਸ ਚੀਜ਼ ਦੇ ਫੇਲ ਹੋਣ ਤੋਂ ਬਾਅਦ ਆਪਾਂ ਦੱਸਣਾ, ਆਪਣੇ ਸਾਹਮਣੇ 4 ਆਪਸ਼ਨ ਨੇ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੁਣ। ਓਕੇ, ਟਾਈਮਸ ਅਪ। ਤੇ ਸਹੀ ਆਨਸਰ ਆ ਜਾਊਗਾ ਏ, ਕ੍ਰਿਪਸ ਮਿਸ਼ਨ, ਠੀਕ ਹੈ। ਕ੍ਰਿਪਸ ਮਿਸ਼ਨ ਕਿਉਂ ਫੇਲ ਹੋ ਗਿਆ ਜੀ, ਹੁਣ ਆਪਾਂ ਜਾਣਦੇ ਕ੍ਰਿਪਸ ਮਿਸ਼ਨ ਹੈ ਕੀ ਸੀਗਾ। ਦੇਖੋ ਬ੍ਰਿਟਿਸ਼ ਪਾਰਲੀਮੈਂਟ ਨੇ ਇੱਕ ਬੰਦਾ ਭੇਜਿਆ ਸੀ ਜਿਹਦਾ ਨਾਮ ਸੀ ਸਰ ਸਟੈਫੋਰਡ ਕ੍ਰਿਪਸ, ਠੀਕ ਹੈ। ਇਹ ਬੰਦਾ ਨੇ ਭੇਜਿਆ ਸੀ। ਇਹ ਕਿਉਂ ਭੇਜਿਆ ਗਿਆ ਸੀ, ਕਿਉਂਕਿ ਉਸ ਟਾਈਮ ਕੀ ਚੱਲ ਰਹੀ ਸੀ, ਵਰਲਡ ਵਾਰ 2 ਚੱਲ ਰਹੀ ਸੀ, ਠੀਕ ਹੈ। ਇਹ ਗੱਲ ਹੈ ਆਪਣੀ ਤਕਰੀਬਨ ਮਾਰਚ 1942 ਦੀ, ਠੀਕ ਹੈ। ਉਸ ਟਾਈਮ ਇਹਨਾਂ ਨੇ ਕੀ ਕਰਿਆ, ਬ੍ਰਿਟਿਸ਼ ਪਾਰਲੀਮੈਂਟ ਨੇ ਸਰ ਸਟੈਫੋਰਡ ਕ੍ਰਿਪਸ ਨੂੰ ਭੇਜਿਆ। ਇਹ ਤਾਂ ਭੇਜਿਆ ਗਿਆ ਜੀ ਵੀ ਇੰਡੀਅਨ ਨੈਸ਼ਨਲ ਕਾਂਗਰਸ ਕੀ ਕਰੇ, ਇੰਡੀਅਨ ਨੈਸ਼ਨਲ ਕਾਂਗਰਸ ਕੁਝ ਸੋਲਜਰ ਦਵੇ, ਸਾਨੂੰ ਸਪੋਰਟ ਦਵੇ ਵਰਲਡ ਵਾਰ 2 ਦੇ ਵਿੱਚ ਕਿ ਅਸੀਂ ਇਹ ਲੜ ਸਕੀਏ, ਠੀਕ ਹੈ। ਤੇ ਇਹ ਕੀ ਕਰਿਆ ਸੀ, ਇੰਡੀਅਨ ਨੈਸ਼ਨਲ ਕਾਂਗਰਸ ਨੇ ਮਨਾ ਕਰਤਾ ਸੀਗਾ, ਠੀਕ ਹੈ। ਤੇ ਇਹ ਕੀ ਕਹਿੰਦੇ ਸੀ ਵੀ ਅਸੀਂ ਤੁਹਾਡੀ ਪ੍ਰੈਜੈਂਟੇਸ਼ਨ ਜਿਹੜੀ ਇੰਡੀਆ ਦੇ ਵਿੱਚ ਉਹ ਵਧਾ ਦਾਂਗੇ, ਠੀਕ ਹੈ। ਇਹ ਬ੍ਰਿਟਿਸ਼ ਵਾਲੇ ਕੀ ਕਹਿੰਦੇ ਤੁਸੀਂ ਸਾਡਾ ਸਾਥ ਦਿਓ ਕਿ ਅਸੀਂ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ ਇੰਡੀਆ ਦੇ ਪਾਰਲੀਮੈਂਟ ਤੇ ਹੋਰ ਵੀ ਜਗ੍ਹਾ ਤੇ ਜਿਹੜੀ ਤੁਹਾਡੀ ਪਾਵਰ ਹੈ ਉਹ ਵਧਾ ਦਾਂਗੇ। ਤੇ ਇੰਡੀਆ ਨੇ ਕੀ ਕਰਿਆ, ਮਨਾ ਕਰਤਾ ਸੀਗਾ। ਕਿਉਂ ਮਨਾ ਕਰਤਾ ਸੀ, ਉਸ ਤੋਂ ਬਾਅਦ ਇੰਡੀਅਨ ਕੁਇਟ ਇੰਡੀਅਨ ਕੈਂਪੇਨ ਚੱਲਿਆ ਸੀ ਜਿਹਨੂੰ ਆਪਾਂ ਕੀ ਕਹਿੰਦੇ ਇੱਕ ਹੋਰ ਨਾਮ ਨਾਲ ਜਾਣਦੇ ਹਾਂ, ਅਗਸਤ ਮੂਵਮੈਂਟ, ਠੀਕ ਹੈ। ਅਗਸਤ ਮੂਵਮੈਂਟ, ਠੀਕ ਹੈ। ਇਸ ਨੂੰ ਅਗਸਤ ਮੂਵਮੈਂਟ ਨਾਲ ਵੀ ਜਾਣਿਆ ਜਾਂਦਾ, ਇਹ ਯਾਦ ਕਰ ਲਓ। ਕੀ ਕਰਿਆ ਸੀ ਇਹਨਾਂ ਨੇ, ਕੀ ਕਰਿਆ ਸੀ, ਮਨਾ ਕਰਤਾ ਸੀ ਵੀ ਸਾਨੂੰ ਕੀ ਚਾਹੀਦਾ, ਪੂਰਾ ਸਵਰਾਜ ਚਾਹੀਦਾ, ਸਾਨੂੰ ਪੂਰਾ ਇੰਡੀਆ ਚਾਹੀਦਾ, ਠੀਕ ਹੈ। ਇਸ ਕਰਕੇ ਇਹਨਾਂ ਨੇ ਕੀ ਕਰਿਆ ਸੀ, ਮਨਾ ਕਰਤਾ ਸੀ। ਤੇ ਇਸ ਦੇ ਵਿੱਚ ਕੀ ਹੋਇਆ ਸੀ, ਐਂਡ ਹੋ ਗਿਆ ਸੀ ਬ੍ਰਿਟਿਸ਼ ਰੂਲ ਦਾ। ਇਸ ਤੋਂ ਬਾਅਦ ਕੀ ਹੋਇਆ ਸੀ, ਐਂਡ ਹੋ ਗਿਆ ਸੀ ਇੰਡੀਆ ਦੇ ਵਿੱਚ, ਯਾਦ ਰੱਖਿਓ। ਓਕੇ, 8th ਕੁਐਸਚਨ, ਕਹਿੰਦਾ ਮੌਂਟੇਗੂ ਚੈਮਸਫੋਰਡ ਪ੍ਰਪੋਜ਼ਲ ਵਰ ਰਿਲੇਟਡ ਟੂ। ਜਿਹੜੇ ਮੌਂਟੇਗੂ ਤੇ ਚੈਮਸਫੋਰਡ ਨੇ ਪ੍ਰਪੋਜ਼ਲ ਦਿੱਤੇ ਸੀ ਜਾਂ ਉਹਨਾਂ ਨੇ ਰਿਫਾਰਮਸ ਦਿੱਤੇ ਸੀ ਉਹ ਕਿਸ ਦੇ ਰਿਲੇਟਡ ਸੀ ਆਪਾਂ ਦੱਸਣਾ। ਆਪਣੇ ਸਾਹਮਣੇ 4 ਆਪਸ਼ਨ ਨੇ, ਸੋ ਟਾਈਮ ਸ਼ੁਰੂ ਹੁੰਦਾ ਹੁਣ। ਓਕੇ, ਟਾਈਮ ਅਪ। ਤੇ ਸਹੀ ਆਨਸਰ ਆ ਜਾਊਗਾ ਆਪਣਾ ਡੀ, ਕॉन्स्टिट्यूशन रिफॉर्म, ठीक है। कॉन्स्टिट्यूशन रिफॉर्म ठीक है। ਤੇ ਇਸ ਤੋਂ ਇਲਾਵਾ ਜੇ ਮੌਂਟੇਗੂ ਚੈਮਸਫੋਰਡ ਜਿਹੜੇ ਪ੍ਰਪੋਜ਼ਲ ਦੀ ਰਿਫਾਰਮ ਸੀ ਇਸਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ, ਇਸਨੂੰ ਇੱਕ ਨਾਮ ਨਾਲ ਹੋ ਜਾਂਦਾ ਦੀ ਗਵਰਨਮੈਂਟ ਆਫ ਇੰਡੀਆ ਐਕਟ 1919, ਠੀਕ ਹੈ, 1919, ਠੀਕ ਹੈ। ਇਸ ਨੂੰ ਦਾ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਨਾਂ ਨੇ 2, ਇੱਕ ਮੌਂਟੇਗੂ ਤੇ ਚੈਮਸਫੋਰਡ ਹੈ। ਸੈਮੂਅਲ ਮੌਂਟੇਗੂ ਕੌਣ ਸੀਗਾ, ਇਹ ਕੌਣ ਸੀ, ਇਹ ਸੈਕਟਰੀ ਆਫ ਸਟੇਟ ਸੀਗਾ। ਤੇ ਲੋਰਡ ਆਪਣਾ
ਚੈਮਸਫੋਰਡ ਕੌਣ ਸੀਗਾ? ਇਹ ਆਪਣੇ ਦੇਸ਼ ਦਾ ਕੀ ਸੀ? ਵਾਈਸ ਰੋਏ ਸੀ, ਠੀਕ ਹੈ, ਵਾਈਸ ਰੋਏ ਸੀਗਾ, ਤਾਂ ਕਰਕੇ ਇਹਨਾਂ ਦਾ ਨਾਮ ਹੈ। ਇਹਨਾਂ ਨੇ ਦੋਨਾਂ ਨੇ ਮਿਲ ਕੇ ਕੀ ਕਰੇ ਦੀ ਪ੍ਰਪੋਜ਼ਲ ਕਰੇ ਦੀ, ਕੁਝ ਰਿਫਾਰਮ ਕਰੇ ਦੀ, ਤਾਂ ਕਰਕੇ ਇਸ ਨੂੰ ਮੌਂਟੇਗੂ ਚੈਮਸਫੋਰਡ ਰਿਫਾਰਮ ਵੀ ਕਿਹਾ ਜਾਂਦਾ। ਇਹਨਾਂ ਨੇ ਕੀ ਇੰਟਰੋਡਿਊਸ ਕੀਤਾ ਸੀ? ਇਹਨਾਂ ਨੇ ਇੰਟਰੋਡਿਊਸ ਕੀਤੀ ਸੀ ਆਪਣੀ ਸੈਲਫ ਗਵਰਨਿੰਗ ਇੰਸਟੀਚਿਊਟ, ਠੀਕ ਹੈ, ਸੈਲਫ ਗਵਰਨਿੰਗ ਇੰਸਟੀਚਿਊਟ ਇਹਨਾਂ ਨੇ ਇੰਟਰੋਡਿਊਸ ਕੀਤੇ ਸੀਗੇ, ਜਿਸ ਦੇ ਵਿੱਚ ਜਿਹੜੇ ਇੰਡੀਅਨਸ ਨੂੰ ਹੋਰ ਪਾਵਰਸ ਮਿਲੀਆਂ ਸੀਗੀਆਂ, ਤਾਂ ਕਰਕੇ ਇਹਨੂੰ ਕੌਂਸਟੀਟਿਊਸ਼ਨ ਰਿਫਾਰਮ ਵੀ ਕਿਹਾ ਜਾਂਦਾ। ਅੱਗੇ ਵਧਦਾ। ਓਕੇ, 9th ਕੁਐਸਚਨ ਕਹਿੰਦੇ ਇਨਸੂਲਿਨ ਕੰਟਰੋਲ, ਜਿਹੜਾ ਆਪਣਾ ਇਨਸੂਲਿਨ ਹੈ ਉਹ ਕੀ ਕੰਟਰੋਲ ਕਰਦਾ, ਆਪਾਂ ਦੱਸਣਾ। ਤੁਹਾਡੇ ਸਾਹਮਣੇ 4 ਆਪਸ਼ਨ ਹੈ, ਟਾਈਮ ਸ਼ੁਰੂ ਹੁੰਦਾ ਹੁਣ। ਓਕੇ, ਟਾਈਮਸ ਅਪ। तेरा सही आंसर आ जाऊगा अपना सी, ਲੈਵਲ ਆਫ ਗਲੂਕੋਜ਼ ਇਨ ਦਾ ਬਲੱਡ, ਠੀਕ ਹੈ, ਆਪਣੇ ਬਲੱਡ ਦੇ ਵਿੱਚ ਗਲੂਕੋਜ਼ ਦੇ ਲੈਵਲ ਨੂੰ ਕੌਣ ਕੰਟਰੋਲ ਕਰਦਾ? ਇਨਸੂਲਿਨ ਕੰਟਰੋਲ ਕਰਦਾ। ਇਸ ਤੋਂ ਇਲਾਵਾ ਕੀ ਨੇ? ਇੱਕ ਤਰ੍ਹਾਂ ਦੇ ਹਾਰਮੋਨ ਨੇ, ਠੀਕ ਹੈ, ਆਪਣੇ ਹਾਰਮੋਨ ਨੇ ਇੱਕ ਤਰ੍ਹਾਂ ਦੇ। ਇਹ ਕਿੱਥੇ ਬਣਦੇ ਨੇ? ਪੈਨਕ੍ਰੀਅਸ 'ਚ ਬਣਦੇ ਨੇ, ਠੀਕ ਹੈ, ਪੈਨਕ੍ਰੀਅਸ ਦੇ ਵਿੱਚ ਇਹ ਬਣਦੇ ਨੇ। ਪੈਨਕ੍ਰੀਆ ਕਿੱਥੇ? ਆਪਣੇ ਸਟਮਕ ਜਿਹੜਾ ਆਪਣਾ ਢਿੱਡ ਦੇ ਪਿੱਛੇ ਹੁੰਦੇ ਨੇ ਪੈਨਕ੍ਰੀਅਸ। ਇਹ ਕੀ ਕਰਦੇ ਨੇ? ਇਹ ਆਪਣੇ ਹਾਰਮੋਨਸ ਬਣਾਉਂਦੇ ਨੇ, ਠੀਕ ਹੈ, ਤੇ ਇਹਦਾ ਮੇਨ ਕੰਮ ਕੀ ਹੁੰਦਾ? ਗਲੂਕੋਜ਼ ਦੇ ਵਿੱਚੋਂ एनर्जी च कन्वर्ट करना, ठीक है, ग्लूकोज के विचों एनर्जी कन्वर्ट करना ये इन्हों का काम होंगे। तो ग्लूकोज की होंगे अपना एक शुगर है, ठीक है, जो कितने फाउंड किया जाता है? एक कार्बोहाइड्रेट के विचों, जो अपने कार्बोहाइड्रेट्स होंगे उन्होंने विचों निकलता है, ठीक है, याद रख लियो। ओके, 10th क्वेश्चन कहते इन विच ऑफ द फॉलोइंग स्टेट इज द केलबू लैमजाऊ नेशनल पार्क द फ्लोटिंग पार्क इन द वर्ल्ड, मतलब पानी के तैर रहा है, नेशनल पार्क की है, पानी के तैर रहा है, ਉਹ ਦੱਸਣਾ ਆਪਾਂ ਉਹ ਕਿੱਥੇ ਆ, ਆਪਾਂ ਦੀ ਲੋਕੇਸ਼ਨ ਦੱਸਣੀ ਹੈ। ਤੁਹਾਡੇ ਸਾਹਮਣੇ 4 ਆਪਸ਼ਨ ਹੈ, ਟਾਈਮ ਸ਼ੁਰੂ ਹੁੰਦਾ ਹੁਣ। ਓਕੇ, ਟਾਈਮਸ ਅਪ। ਤੇ ਸਹੀ ਆਨਸਰ ਆ ਜਾਊਗਾ ਏ, ਮਨੀਪੁਰ, ਠੀਕ ਹੈ। ਇਹ ਦੁਨੀਆ ਵਿੱਚ ਇੱਕੋ ਇੱਕ ਹੈ ਨੈਸ਼ਨਲ ਪਾਰਕ ਜਿਹੜਾ ਪਾਣੀ ਉੱਤੇ ਤੈਰਦਾ ਹੈ। ਕਿੱਥੇ? ਮਨੀਪੁਰ ਦੇ ਵਿੱਚ ਹੈ। ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੇ ਨੈਸ਼ਨਲ ਪਾਰਕ ਨੇ, ਉਹ ਤੁਸੀਂ ਯਾਦ ਰੱਖਣੇ ਨੇ, ਪਰ ਜੇ ਤੁਸੀਂ ਮਤਲਬ ਪ੍ਰੋਪਰਲੀ ਯਾਦ ਹੀ ਕਰਨੇ ਤਾਂ ਪੰਜਾਬ ਦੇ ਯਾਦ ਕਰ ਲਓ। ਪੰਜਾਬ ਦੇ ਵਿੱਚ ਜਿਵੇਂ ਹੋ ਗਿਆ ਆਪਣਾ ਅਬੋਹਰ ਵਾਈਲਡ ਲਾਈਫ, ਠੀਕ ਹੈ, ਵਾਈਲਡ ਲਾਈਫ ਸੈਂਚੁਰੀ ਹੈ, ਇੱਕ ਸੈਂਚੁਰੀ ਹੈ। ਇਸ ਤੋਂ ਇਲਾਵਾ ਤੁਸੀਂ ਯਾਦ ਕਰ ਸਕਦੇ ਹੋ ਹਰੀਕੇ, ਹਰੀਕੇ ਵਾਈਲਡ ਲਾਈਫ, ਠੀਕ ਹੈ, ਵਾਈਲਡ ਲਾਈਫ ਆਪਣੇ ਦੇਸ਼ ਦੇ ਵਿੱਚ ਨੈਸ਼ਨਲ ਪਾਰਕ ਬਹੁਤ ਘੱਟ ਨੇ। ਹਰੀਕੇ ਵਾਈਲਡ ਲਾਈਫ ਹੋਗਾ, ਅਬੋਹਰ ਹੋ ਗਿਆ, ਝੱਜਰ, ਠੀਕ ਹੈ, ਝੱਜਰ, ਝੱਜਰ ਯਾਦ ਰੱਖ ਲਿਓ, ਝੱਜਰ ਇਹਨੂੰ ਬਚੋਲੀ ਕਿਹਾ ਜਾਂਦਾ, ठीक है, झज्जर बचोली पहला अबोहर हो गया, फिर हरीके हो गया, तीजा झज्जर हो गया, फिर अपना आ गया बीर मोती बाग, ठीक है, बीर मोती बाग वाइल्ड लाइफ सेंचुरी है। उस तो इलावा हो गया बीर बैडसन, बीर बैडसन वाइल्ड लाइफ सेंचुरी हो गया, ठीक है। तो 4 ये 5 का याद रख लियो, ठीक है, ये 5 जरूर याद रख लियो। आगे बढ़ते हैं। 11वां क्वेश्चन, कहते फर्स्ट एयरपोर्ट इन द वर्ल्ड दैट वुड बी रनिंग फुली ऑन सोलर पावर, कहते वो केड़ा एयरपोर्ट है वर्ल्ड दे विच जिहड़ा फुली सोलर पावर से चल रहा, मतलब सूरज की एनर्जी नाल चल रहा। आप दसना, अपने सामने 4 ऑप्शन ने, तो थोड़ा टाइम शुरू होंदा हुण। ओके, टाइम अप। सही आंसर आ जाऊगा अपना सी, कोचीन इंटरनेशनल एयरपोर्ट, ठीक है। कोचीन इंटरनेशनल एयरपोर्ट केड़ा ये फुली सोलर पावर से चल रहा है, ठीक है। इस तो इलावा देखो अपने जो एयरपोर्ट ने जरूर याद रख लियो, पूछेंगे भी ये एयरपोर्ट कितने है, ये एयरपोर्ट कितने है, ठीक है। तो कुछ इंपोर्टेंट ने मैं तुम्हें दस देना, जिमें अपना पहला हो गया इंदिरा गांधी, इंदिरा गांधी इंटरनेशनल एयरपोर्ट हो गया, जोड़ा कि अपन पता बहुत फेमस है, दिल्ली के विच है। इस तो बाद अपना आंदा छत्रपति शिवाजी, ठीक है, छत्रपति शिवाजी हो गया। छत्रपति शिवाजी अपन को पता, नाम से पता चलता है, मुंबई के विच होगा, ठीक है, मुंबई का छत्रपति शिवाजी। उस तो इलावा राजीव गांधी हो गया, राजीव गांधी अपना कितने मिलूगा, ये मिलूगा अपना हैदराबाद के विच, ठीक है, ये हैदराबाद के विच होगा। इस तो इलावा अपना एक है कैंपेगौड़ा, कैंपेगौड़ा, ठीक है, कैंपेगौड़ा इंटरनेशनल पार्क है बेंगलोर के विच। इस तो इलावा अपना आ गया डैबोलिम, ठीक है, डैबोलिम है, डैबोलिम कितने अपना गोवा के विच, डैबोलिम हो गया, कैंपेगौड़ा हो गया, ठीक है। छत्रपति इंदिरा गांधी, राजीव गांधी, ये याद कर लियो, ये 5 बहुत इंपॉर्टेंट ने। आगे बढ़ते हैं। ओके, 12वां क्वेश्चन,
ਕਹਿੰਦੇ ਇਨ ਇੰਡੀਆ ਵਿੱਚ ਵਨ ਆਫ ਦੀ ਫਲੋਇੰਗ ਸਟੇਟ ਹੈ ਦੀ ਲਾਰਜੈਸਟ ਇਨਲੈਂਡ ਸਲਾਈਨ ਵੈਟਲੈਂਡ। ਸਲਾਈਨ ਮਤਲਬ ਕਿ ਨਾ ਸਾਲਟ ਹੈ, ਠੀਕ ਹੈ। ਸਲਾਈਨ ਵੈਟਲੈਂਡ ਹੈ, ਦੱਸਣਾ ਆਪਾਂ ਕਿ ਕਿਹੜੀ ਸਟੇਟ ਦੇ ਵਿੱਚ ਹੈ। ਤੁਹਾਡੇ ਸਾਹਮਣੇ 4 ਆਪਸ਼ਨ ਹੈ, ਤੁਹਾਡਾ ਟਾਈਮ ਸ਼ੁਰੂ ਹੁੰਦਾ ਹੁਣ। ਓਕੇ ਟਾਈਮਸ ਅਪ। ਤੇ ਸਹੀ ਆਨਸਰ ਆ ਜਾਊਗਾ ਆਪਣਾ ਡੀ, ਰਾਜਸਥਾਨ ਦੇ ਵਿੱਚ ਹੈ, ਠੀਕ ਹੈ। ਤੇ ਇਸ ਲੇਕ ਨੂੰ ਕੀ ਕਿਹਾ ਜਾਂਦਾ, ਇਸ ਨੂੰ ਕਿਹਾ ਜਾਂਦਾ ਆਪਣਾ सांबर साल्ट लेक, ठीक है। ये याद रख लियो, सांबर साल्ट लेक किया जाता है। ये कितने अपना, ये अपना अजमेर के कोल है, ठीक है। अजमेर के लवे पैंदा, ठीक है। ये जो सांबर साल्ट लेक है कितने पैंदा, अजमेर के लवे पैंदा। ये जो साल्ट वेटलैंड है, ठीक है, कितने राजस्थान के, याद रख लियो। अगे बढ़। ओके 13वां क्वेश्चन कहता गारो खासी जनता हिल डिस्ट्रिक्ट बिलोंग टू। गारो खासी जनता जी हिल डिस्ट्रिक्ट ने किस नाल कित्थे बिलोंग करदे ने, आपां दसणीਆਂ ने। बहुत ईजी क्वेश्चन है, तो तुहानूं याद होना ही चाहिए। सो आ थोड़े सामने 4 ऑप्शन है, टाइम शुरू होता है हुण। ओके टाइम्स अप। सही आंसर आ जाओ अपना बी, मेघालय, ठीक है। ये मेघालय दे विच ने। ते मेघालय अपनी जिहड़ी डिस्ट्रिक्ट जो कदों फाउंड की गई थी 21 जनवरी 1972 ਦੇ ਵਿੱਚ, ठीक है। डेट जरूर याद रख लियो, क्योंकि मेघालय के वास्ते ਆਪਾਂ ਨੂੰ बस ये याद रखना भी कदों फॉर्म होया। इस अलावा तुसीं ये याद रख लियो कि शिलोंग इन्हां दी कैपिटल है। ते गवर्नर का नाम की है, गवर्नर का नाम थी सत्यपाल मलिक। सत्यपाल मलिक इन्हां दा की है, गवर्नर है। ते इस तो बाद चीफ मिनिस्टर का नाम की थी कोनरड संगमा। कोनरड संगमा इन्हां दा की है चीफ मिनिस्टर है। ये चीज़ां बस अपन याद रखनियां ने, अगे याद। ओके 14वां क्वेश्चन कहते ऑन विच वन ऑफ द फ्लोइंग डेट इज नेशनल साइंस डे सैलीब्रेट, ठीक है। नेशनल साइंस डे कदों सैलीब्रेट किया जाता आप दसना है। अपने सामने 4 डेटा दे रखिया ने, आप एक टिक करनी, फिर टाइम शुरू होना। टाइम्स आप तेरा सही आंसर आ जाएगा बी 28 फरवरी, ठीक है। बहुत ही सिंपल क्वेश्चन थी, मैं तुझे याद भी करवाई थी, ठीक है। सरकारी 99 वाले यूट्यूब चैनल से तुझे याद करवाई थी 28 फरवरी। क्यों मनाया जाता है, ठीक है। इस दिन एक रमन इफेक्ट डिस्कवर किया गया थी। रमन इफेक्ट डिस्कवर किया थी किने किया थी, इंडियन फिजिसिस्ट ने सर सीवी रमन जी ने यह डिस्कवर किया थी अपना रमन इफेक्ट। यह किस डेट में कराया गया थी, 28 फरवरी 1928 कराया गया, ठीक है। 28 फरवरी 1928 कराया गया थी, तां करके 28 फरवरी की मनाया जाता है, नेशनल साइंस डे मनाया जाता है, याद रखो। ओके 15th क्वेश्चन लास्ट क्वेश्चन है। कहता गिर फॉरेस्ट नेशनल पार्क इज लोकेटेड इन विच स्टेट ऑफ इंडिया। कहते जो गिर फॉरेस्ट नेशनल पार्क है वो किहड़ी स्टेट के लोकेटेड आप दसना। तो बहुत ईजी क्वेश्चन है, बहुत कॉमन नेशनल पार्क है, दसना अपने सामने 4 स्टेटा ने। तो टाइम शुरू होता है हुण। ओके टाइम्स अप। तो सही आंसर आ जाओ अपना बी, गुजरात के विच है। तो क्यों फेमस है, इन्ना फेमस क्यों है, एशियाटिक लाइन्स मिलते हैं, ठीक है। एशियाटिक लाइन्स, ठीक है, तां करके फेमस है। तो यह कदों बनाया गया थी, एस्टैबलिश किया थी 1965 के इसमें एस्टैबलिश किया गया थी। क्यों किया गया थी, क्योंकि जो नवाब ने जूनागढ़ के नवाब थे, उन्होंने प्राइवेट हंटिंग एरिया थी, मतलब शिकार करने जाया करते थे, उन्होंने एस्टैबलिश किया थी 1965 के, ठीक है। तो याद कर लियो। ओके लास्ट क्वेश्चन ये थोड़े वास्ते थोड़ा होमवर्क है, इसका जो आंसर है कमेंट बॉक्स लिखो। कहते पंजाब टॉप ऑल अदर स्टेट इन इंडिया इन दी प्रोडक्शन ऑफ। कहते जो पंजाब वो की प्रोड्यूस करता है, किस चीज़ की प्रोडक्शन करता है, जिसके उन्हें टॉप करके बाकी स्टेटों नालों इंडिया की है। तो थोड़े सामने 4 ऑप्शन ने, एक तो टिक वाला बहुत ईजी क्वेश्चन है, आगे बढ़ते हैं। ओके तो अपने क्वेश्चन खत्म होते हैं। जो तुम इसकी PDF चाहिए तो लिखना सरकारी 99 इकट्ठा लिखना, ठीक है। इकट्ठा लिखा करो, तुम जो सरकारी तो 99 अलग अलग लिखते हो, फिर तुम कहते हो भी यूट्यूब से सर्च करा तो सूँ चैनल नहीं मिला, तो टैलीग्राम के नहीं मिला, उस कमेंट कर देने, ठीक है। इकट्ठा लिखा करो, तां करके उत्थे तुहानूं PDF मिलूगी, तो तां करके तुहानूं यूट्यूब चैनल भी मिलूगा, ठीक है। उत्थे होर भी वीडियोज़ तुसीं देख सकते हो। तो लास्ट तक थोड़ा वीडियो देखने का बहुत बहुत शुक्रिया। कल मिलेंगे एक नवे टैस्ट के नाल, तब तक अपना ध्यान रखो, ख्याल रखो, सुरक्षित रहो। थैंक यू वेरी मच।